ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ। ਮੈਂ ਗਗਨ ਸ਼ੁਕਲਾ ਤਿਕੋਣੀਆਂ ਦੇ ਵਿੱਚ ਮੌਜੂਦ ਹਾਂ ਤੇ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ 4 ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ। ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਸਾੜੀਆਂ ਹੋਈਆਂ ਗੱਡੀਆਂ। ਇਹ ਤਸਵੀਰਾਂ ਨੇ ਸਪੌਟ ਤੇ ਬਿਲਕੁਲ ਉਸੇ ਜਗ੍ਹਾ ਅਸੀਂ ਤੈਨਾਤ ਹਾਂ, ਉਸ ਜਗ੍ਹਾ ਅਸੀਂ ਮੌਜੂਦ ਹਾਂ ਜਿੱਥੇ ਇਹ ਵੱਡਾ ਹਾਦਸਾ ਹੋਇਆ, ਜਿੱਥੇ 2 ਭੈਣਾਂ ਦੇ ਇੱਕ ਭਾਈ ਦੀ ਜਾਨ ਗਈ ਹੈ। ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਦਾ ਉਹ ਮੰਜ਼ਰ ਹੋਊਗਾ, ਕਿ ਜਾਨਾਂ ਦੀ ਕੀ ਇੱਥੇ ਕੀਮਤ ਹੋਊਗੀ। ਦੇਖ ਸਕਦੇ ਹੋ ਤੁਸੀਂ, ਇਹ ਤਸਵੀਰਾਂ ਨੇ, ਸਿੱਧੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲਾਈਵ ਅਪਡੇਟ ਹੈ, ਲਾਈਵ ਤਸਵੀਰਾਂ ਨੇ, ਇਹ ਸਿੱਧੀਆਂ ਤਸਵੀਰਾਂ ਨੇ। ਦੇਖ ਸਕਦੇ ਹੋ ਤੁਸੀਂ ਕਿ ਕੀ ਹਾਲਾਤ ਨੇ ਇਸ ਵੇਲੇ ਇਸ ਗੱਡੀ ਦੇ ਬਣੇ ਹੋਏ ਨੇ, ਕਿ ਕਿਸ ਤਰ੍ਹਾਂ ਇਸ ਭਿਆਨਕ ਮੰਜ਼ਰ ਦੇ ਵਿੱਚ 9 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ, ਜਿਸ ਦੇ ਵਿੱਚ 4 ਕਿਸਾਨ ਨੇ, ਇੱਕ ਪੱਤਰਕਾਰ ਤੇ ਜਿਹੜੇ ਨੇ 3 ਮੰਤਰੀ ਦੇ ਬੇਟੇ ਦੇ ਨਾਲ ਜਿਹੜੇ ਦੇ ਨਾਲ ਦੇ ਲੜਕੇ ਦੱਸੇ ਜਾਂਦੇ ਨੇ। ਕੀਮਤੀ ਜਿਹੜੀਆਂ 9 ਜਾਨਾਂ ਇੱਥੇ ਗਵਾ ਦਿੱਤੀਆਂ ਗਈਆਂ। ਕੀ ਸਰਕਾਰ, ਦੇਖ ਸਕਦੇ ਹੋ ਤੁਸੀਂ ਕਿ ਸਰਕਾਰ ਸੱਤਾ ਦੇ ਨਸ਼ੇ ਵਿੱਚ ਅਸੀਂ ਕਿੰਨੇ ਚੂਰ ਹੋ ਸਕਦੇ ਹਾਂ, ਸੱਤਾ ਦਾ ਨਸ਼ਾ ਕਿਸ ਕਦਰ ਸਾਡੇ ਸਿਰ ਤੇ ਚੜ ਕੇ ਬੋਲ ਸਕਦਾ। ਇਹ ਤਸਵੀਰਾਂ ਨੇ, ਦੇਖ ਸਕਦੇ ਹੋ ਤੁਸੀਂ। ਅੱਗੇ ਤਸਵੀਰਾਂ ਹੋਰ ਵਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਅੱਗੇ ਕੈਮਰਾਮੈਨ ਕਮਲ ਨੇ ਮੇਰੇ ਨਾਲ, ਉਹਨਾਂ ਨੂੰ ਕਹੂੰਗਾ ਅੱਗੇ ਦੀਆਂ ਤਸਵੀਰਾਂ ਵਿਖਾਉਂਦੇ ਹਾਂ ਤੁਹਾਨੂੰ। ਕੇਂਦਰੀ ਰਾਜ ਮੰਤਰੀ ਦੇ ਬੇਟੇ ਦੇ ਇਸ ਘਟਨਾ ਦੇ ਵਿੱਚ ਸ਼ਾਮਲ ਹੋਣ ਦੇ ਜਿਹੜੇ ਦੋਸ਼ ਨੇ ਉਹ ਲਗਾਏ ਜਾਂਦੇ ਨੇ। ਦੇਖ ਸਕਦੇ ਹੋ ਥਾਰ ਗੱਡੀ ਹੈ ਜਿਹੜੀ ਕਿ ਉਸ ਦਿਨ ਘਟਨਾ ਦੇ ਵਿੱਚ ਜਿਸ ਨੂੰ ਅੱਗ ਲੱਗੀ। ਤਸਵੀਰਾਂ ਤੁਸੀਂ ਵੇਖਿਆ, ਸਪੌਟ ਤੇ ਡੇਲੀ ਪੋਸਟ ਮੌਜੂਦ ਆ, ਤਾਂ ਦੇਖ ਸਕਦੇ ਹੋ ਇਹ ਗੱਡੀ ਹੈ। ਸਥਾਨੀय ਲੋਕ ਜਿਹੜੇ ਨੇ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ। ਸੋ ਲਗਾਤਾਰ ਦੇਖ ਸਕਦੇ ਹੋ ਤੁਸੀਂ ਕਿ ਇਹ ਤਸਵੀਰਾਂ ਵਿਖਾਉਂਦੇ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਵਿਖਾਉਂਦੇ। ਹਾਲਾਂਕਿ ਕਿਸ ਤਰ੍ਹਾਂ ਦਾ ਜਿਹੜਾ ਮੰਜ਼ਰ ਹੈ ਇਹ ਲਗਾਤਾਰ ਇਹ ਦੇਖ ਸਕਦੇ ਹੋ ਤੁਸੀਂ ਕਿ ਡੇਲੀ ਪੋਸਟ ਪੰਜਾਬੀ ਤੇ UP 31 AS 1000 ਨੰਬਰ ਇਹ ਗੱਡੀ ਹੈ, ਥਾਰ ਗੱਡੀ ਹੈ। ਇਹ ਦੇਖ ਸਕਦੇ ਹੋ ਜੋ ਤੁਸੀਂ ਅੱਗ ਦੇ ਵਿੱਚ ਸੜਦੀ ਦਿਖਦੇ ਹੋ, ਇਹੋ ਹੀ ਗੱਡੀ ਹੈ। ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਡੇਲੀ ਪੋਸਟ ਤੇ ਕਿ ਕਿਸ ਤਰ੍ਹਾਂ ਦਾ ਮੰਜ਼ਰ ਰਿਹਾ ਹੋਊਗਾ। ਜਾਨਾਂ ਦੀ ਇੱਕ ਵਾਰ ਫਿਰ ਦੱਸਦੇ ਕਿ ਕੀ ਕੀਮਤ ਕਿਆ ਹੋਊਗੀ, ਕਿਸ ਤਰ੍ਹਾਂ ਦੀ ਘਟਨਾ ਇਹ UP ਦੇ ਤਿਕੋਣੀਆਂ ਗਾਉਂ ਦੇ ਵਿੱਚ ਹੋਈ ਹੈ। ਗੱਲਬਾਤ ਕਰਨ ਦੀ ਲੋਕਲ ਲੋਕ ਇੱਥੇ ਮੌਜੂਦ ਨੇ, ਤੋ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਅੱਗੇ ਤਸਵੀਰ ਕਰਦੇ ਹਾਂ ਕੋਸ਼ਿਸ਼ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਮੰਜ਼ਰ ਹੈ ਇੱਥੇ ਰਿਹਾ ਹੋਊਗਾ। ਸੋ ਲਗਾਤਾਰ ਡੇਲੀ ਪੋਸਟ ਤੇ ਲੋਕਤੰਤਰ ਦੇ ਵਿੱਚ ਵਿਰੋਧ ਕਰਨ ਦਾ ਹਸ਼ਰ ਕੀ ਹੁੰਦਾ ਹੈ ਤੁਸੀਂ ਦੇਖਿਆ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਦੇਖ ਸਕਦੇ ਹੋ ਨੈਸ਼ਨਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਸ਼ਾਇਦ ਗੱਲਾਂ ਜਿਹੜੀਆਂ ਨਹੀਂ ਸੁਣਾਈਆਂ ਦਿਖਾਈਆਂ ਜਾਣਗੀਆਂ। ਇਹ ਉਹੀ ਘਟਨਾ ਸਥਲ ਹੈ ਜਿੱਥੇ ਇੰਨੇ ਵੱਡੇ ਪੱਧਰ ਤੇ ਜਿਹੜੇ ਕਿਸਾਨਾਂ ਦੀਆਂ ਮੌਤਾਂ ਹੋਈਆਂ। ਤਸਵੀਰਾਂ ਦੇਖ ਸਕਦੇ ਹੋ, ਕਵਰ ਕਰਨ ਵਾਲੇ ਪੱਤਰਕਾਰ ਦੀ ਮੌਤ ਹੋ ਜਾਂਦੀ ਹੈ। ਦੇਖ ਕਿਸ ਤਰ੍ਹਾਂ ਦਾ ਜਿਹੜਾ ਮੰਜ਼ਰ ਹੈ ਉਹ ਇੱਥੇ ਰਿਹਾ ਹੋਊਗਾ। ਇਹ ਉਹ ਘਟਨਾਕ੍ਰਮ ਹੈ UP ਦੇ ਤਿਕੋਣੀਆਂ ਜਿਹੜਾ ਪਿੰਡ ਹੈ ਉਸ ਜਗ੍ਹਾ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਲਾਈਵ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਜਿਹੜਾ ਮੰਜ਼ਰ ਹੈ ਉਹ ਰਿਹਾ ਹੋਏਗਾ। ਇਹ ਤਸਵੀਰਾਂ ਦੇਖ ਸਕਦੇ ਹੋ, ਇਹ ਇੱਧਰ ਦੀਆਂ ਤਸਵੀਰਾਂ ਦੋਨੋਂ ਤਰਫ ਜਿਹੜਾ ਨਰਸੰਹਾਰ ਦੀਆਂ ਤਸਵੀਰਾਂ ਨੇ। ਮੰਤਰੀ ਦੇ ਬੇਟੇ ਤੇ ਬੇਹੱਦ ਵੱਡੇ ਦੋਸ਼ ਲੱਗੇ ਨੇ। ਸੱਤਾ ਦੇ ਨਸ਼ੇ ਦੇ ਵਿੱਚ ਕਿਸ ਤਰ੍ਹਾਂ ਕੋਈ ਕਿਸੇ ਤੇ ਗੱਡੀ ਚੜਾ ਸਕਦਾ ਹੈ, ਇਹ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਸ ਤਰ੍ਹਾਂ ਚਸ਼ਮਦੀਦ ਜਿਹੜੇ ਕਿਸਾਨ ਨੇ ਉਹ ਇੱਥੇ ਮੌਜੂਦ ਸੀਗੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਸੀਗਾ। ਤੁਸੀਂ ਇੱਥੇ ਦੇ ਰਹਿਣ ਵਾਲੇ ਹੋ? ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਜੀ, ਅਸੀਂ ਆਏ ਸਾਂ। ਹਾਂ, ਤੁਸੀਂ ਇਹ ਮੌਕੇ ਤੇ ਸੀਗੇ ਜੋ ਹੋਇਆ? ਮੌਕੇ ਤੇ ਖੜੇ ਹਾਂ ਜੀ, ਜਿੱਥੋਂ ਇਹ ਗੱਡੀ ਨੇ ਐਕਸੀਡੈਂਟ ਕਰਨੇ ਚਾਲੂ ਕੀਤੇ ਉਸੇ ਜਗ੍ਹਾ ਤੇ ਅਸੀਂ ਮਗਰ ਭੱਜੇ ਆ ਰਹੇ ਹਾਂ। ਲੋਕ ਵਿਚਾਰੇ चिल्लाउन डे ही, इतना दुख लगता ही, बड़ा शर्मसार कर दिया जी। हिंदुस्तान में हम, मेरा ख्याल है अपनी आंखों से हम लोगों ने ऐसी कहरपूर हत्या पहली बार देखी कि गाड़ियों से किसान मजदूरों को कुचला जा रहा है। गलबात शुरू कित्थों हुई सी? कुछ नहीं जी, हमारा पुलिस प्रशासन से तय हो गया था कि वो जो आ रहे हैं मौर्या साहब वो उधर को निकलेंगे। तो हम लोग तो अपना यहाँ शांतिपूर्वक खड़े थे हमने, और हम लोगों ने अपने किसानों को कहा कि अगर वो रूट बदल के जा रहे हैं तो आप लोग कोई विरोध करने नहीं जाओगे, आप यहीं से अपने अपने घर को चले जाएंगे। और उसके लड़के ने अपने सत्ता की गरूरी में, गुंडई की गरूरी में हमारे निहत्थे किसान मजदूरों को कुचल दिया। एक पत्रकार भाई हमारा किसी देहात के गाँव का मार दिया गया, और मारा गाड़ी से, और कह रहे हैं किसानों ने लाठियों से मार दिया। आप पत्रकार हैं, ये बताओ अगर किसानों के पास लाठियाँ ही होती तो इसका लड़का इतने किसानों को कुचल देता। इसके लड़के ने तो ऐसे किसानों को कुचला है कि अगर आप देख लेते तो आपकी आंखों में भी आंसू आ जाते। और अब मंत्री जी खुद इतना झूठ मार रहे हैं कि हमारा लड़का तो वहाँ था ही नहीं। बताइए, जब तुम्हारा लड़का रिवाल्वर चला रहा था, प्रशासन पुलिस ने देखा, जनता ने देखा, दिन का 3 बजे का टाइम था, कितना झूठ बोलोगे? बड़ा अफसोस है कि बहुत ज़्यादा झूठ बोला जा रहा। ये भाजपा सरकार तो बिल्कुल
प्रधानमंत्री से लेके मुख्यमंत्री से लेके इतना झूठ बोल रहे हैं। अब इनका मंत्री इतना झूठ बोल रहे हैं कि कहते साडा पुत्र यहाँ पे था नहीं। था ही आंधे साडा बेटा यहाँ था ही नहीं, वो तो वहाँ दंगल में था। जबकि यहाँ मेरा ख्याल प्रशासन ने भी देखा और हजारों जनता ने देखा उसकी करतूत। फायरिंग भी हुई है। लड़के के पास भी रिवॉल्वर थे जी, जो साइड में थार गाड़ी के आ रहे थे उनके पास भी रिवॉल्वर थे। एक किसान के गोली लगी है, उसी गोली के साथ ऑन स्पॉट मर गया। और ये जो पत्रकार भाई है, हम लोगों को शक है कि ये भी गोली का शिकार हुआ। हाँ हाँ, इस पे गाड़ी चढ़ी है थार, और ये बेचारा भी ऑन स्पॉट मर गया। और नाम किसानों का लगाया जा रहा है। बताइए, चोर भी हम, चतर भी हम, ये तो बहुत दुख की बात है। ਸੱਤਾ ਦਾ ਨਸ਼ਾ ਕਿੰਨਾ ਕੁ ਹੋ ਸਕਦਾ ਹੈ? ਅਸੀਂ ਤਾਂ ਵੋਟਾਂ ਪਾ ਕੇ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਆ। ਸੱਤਾ ਦਾ ਨਸ਼ਾ ਸਵਾਰ ਹੈ, ਲੇਕਿਨ ਭੁੱਲ ਗਿਆ ਮਤਲਬ ਆਪਾਂ ਹੀ ਜਿਤਾਉਣ ਵਾਲੇ ਨੂੰ। ਲੇਕਿਨ ਇਹਨਾਂ ਨੂੰ ਪਤਾ ਕਿ ਮਤਲਬ ਜਿਹੜੇ ਕਾਸ ਕਰਦੇ ਵੋਟ ਲਈ ਆ ਉਹਨੂੰ ਹੀ ਪਰੇਸ਼ਾਨ ਕਰਨ ਰਹੇ ਆ, ਉਹਨਾਂ ਤੇ ਹੀ ਗੱਡੀਆਂ ਚੜਾ ਰਹੇ ਆ। ਲੇਕਿਨ ਇਹਨੂੰ ਮੰਤਰੀ ਨੂੰ ਇਹ ਸੋਚਣਾ ਚਾਹੀਦਾ ਕਮ ਸੇ ਕਮ ਕਿ ਜਿਹੜੇ ਕਿ ਮੰਤਰੀ ਸਾਹਿਬ ਸੀਗੇ, ਨਵੇਂ ਮੰਤਰੀ ਬਣੇ ਸੀਗੇ। हाँ नवे मंत्री बने लिए महीना 2 महीने करीब 2 बार सांसद रह चुके हैं। एक वीडियो वायरल की थी इन्हों कि मैं मंत्री सांसद बन तो पहले मैं की सी, मैं इतों यूपी तो भजा दूंगा इन्हों, उत्तर प्रदेश तो भजा दूंगा। ਇਹੋ ਜੀ ਧਮਕੀ ਦਿੱਤੀ ਹੈ ਨਾ, ਪਹਿਲਾਂ ਵੀ ਦੇ ਚੁੱਕੇ। ਨਹੀਂ ਜੇ ਦੇਖਿਆ ਜਾਵੇ ਤਾਂ ਮੰਤਰੀ ਜੀ ਕਹਿੰਦੇ ਨੇ ਸਾਡਾ ਸਪੁੱਤਰ ਇਨਵੋਲਵ ਨਹੀਂ ਹੈਗਾ। ਨੇ ਸਪੁੱਤਰ ਇਨਵਾਲਵ ਕਿਉਂ ਨਹੀਂ ਹੈ? ਸਪੁੱਤਰ ਇਨਵਾਲਵ ਕਹਿੰਦੇ ਆ ਉਹ, ਲੇਕਿਨ ਹੈਗਾ ਨਹੀਂ ਜਦੋਂ ਰੂਟ ਉਧਰ ਨੂੰ ਚੇਂਜ ਹੁੰਦਾ ਤਾਂ ਮੰਤਰੀ ਜੀ ਦਾ ਬੇਟਾ ਇੱਧਰ ਕੀ ਕਰ ਲੈਣ ਆਉਂਦਾ ਸੀ? ਇੱਧਰ ਨਹੀਂ ਹੁੰਦਾ, ਇਹ ਘਰੋਂ ਵਾਪਸ ਆਉਣ ਡਿਆ ਸੀ। ਕਿਸਾਨ ਇੱਧਰ ਨੂੰ ਆਉਣ ਡਿਆ, ਤੁਕੁਨੀਆ ਸਰ ਤੋਂ ਕਿਸਾਨ ਆ ਰਿਹਾ ਸੀ, ਇੱਧਰੋਂ ਪਿੱਛੋਂ ਗੱਡੀਆਂ ਆਈਆਂ, ਕਿਸਾਨਾਂ ਦੀ ਪੀਠ ਹੀ ਪਿੱਛੇ। ਕਿਸਾਨ ਇੱਧਰ ਨੂੰ ਮੂੰਹ ਕਰਕੇ ਆਉਂਦਾ, ਪਿੱਛੋਂ ਤੁਕੁਨੀਆ ਸਰ ਤੋਂ ਗੱਡੀਆਂ ਆਈਆਂ ਪਿੱਛੋਂ। ਕਿੰਨੀਆਂ ਗੱਡੀਆਂ ਸੀਗੀਆਂ? 3 ਗੱਡੀਆਂ ਸੀ। 2 ਗੱਡੀਆਂ ਤੇ ਮਤਲਬ ਇੱਥੋਂ ਡਿਸਪਲੈਂਸ ਬਦਲ ਕੇ ਪਲਟ ਗਈਆਂ ਗੱਡੀਆਂ ਦੋਵੇਂ। ਉਸ ਤੋਂ ਬਾਅਦ ਤੀਜੀ ਗੱਡੀ ਇੱਕ ਫਰਾਰ ਹੋ ਗਈ, ਸਕਾਰਪੀਓ ਗੱਡੀ ਪਾਰ ਹੋ ਗਈ। ਸਕਾਰਪੀਓ ਉਹਦੇ ਵਿੱਚ ਉਹਨਾਂ ਦਾ ਬੇਟਾ ਸੀ? ਨਹੀਂ ਉਹਨਾਂ ਦਾ ਬੇਟਾ ਨਹੀਂ, ਇਹ ਗੱਡੀ ਅੱਛਾ, ਫਾਰਚੂਨਰ। ਹਾਂਜੀ, ਜੋ ਗੱਡੀ ਪਲਟੀ ਉਦੋਂ ਤੁਰੰਤ ਭੱਜ ਗਿਆ ਇੱਥੋਂ ਭੱਜ ਕੇ। ਹਾਂਜੀ, ਪਰਚਾ ਦਰਜ ਹੋ ਗਿਆ ਮੰਤਰੀ ਸਾਹਿਬ ਤੇ ਵੀ, ਬੇਟੇ ਤੇ ਵੀ? हाँ पर्चा दर्द हो गया, 302 लगी है और 307 भी लगी है। ਤੁਹਾਨੂੰ ਲੱਗਦਾ ਕਿ ਇਨਸਾਫ ਮਿਲਣ ਦੀ ਉਮੀਦ ਹੈ? ਕਿਉਂਕਿ ਸੱਤਾ ਦੀ ਗੱਲ ਕਰੀ ਜਾਵੇ ਤਾਂ ਸੂਬੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਸੈਂਟਰ 'ਚ ਵੀ, ਔਰ ਖੁਦ ਮੰਤਰੀ ਹੋਣ। ਲੱਗਦਾ ਕਿ ਜਿਹੜਾ इंसाफ का कुंडा खड़काया जा सकता है? इस्तीफे की मांग की है मंत्री को, मंत्री पद तो तुरंत हटाया जाए, नहीं तो अगली कार्रवाई फिर संयुक्त किसान मोर्चा जिन्हें कहा उमें की जाएगी। एक मेरा होर सवाल है, मेरा पर्सनल जिहा सवाल है कि 40 ਲੱਖ ਨਾਲ ਇੱਕ ਨੌਕਰੀ ਨਾਲ ਜ਼ਖਮਾਂ ਤੇ ਮੱਲਮ ਲਾਉਣ ਵਾਲੀ ਉਹ ਗੱਲ ਹੈ ਕਿ ਕਿਸੇ ਦਾ ਘਾਟਾ ਪੂਰਾ ਹੋ ਸਕਦਾ? ਨਹੀਂ, ਜਿਹਦਾ ਬੇਟਾ ਜਾਂ ਪੁੱਤਰ ਕਿਸੇ ਦੇ ਘਰੋਂ ਚਲੇ ਗਿਆ ਉਹ ਕਦੀ ਘਾਟਾ ਪੂਰਾ ਨਹੀਂ ਹੋ ਸਕਦਾ। ਕਰੋੜਾਂ ਨਾਲ ਨਹੀਂ ਹੋ ਸਕਦਾ। ਤੁਸੀਂ 40 ਲੱਖ ਕੀ 40 ਕਰੋੜ ਵੀ ਤਾਂ ਵੀ ਨਹੀਂ ਪੂਰਾ ਹੁੰਦਾ। ਜਿਹੜਾ ਕਮੀ ਹੈ ਉਹ ਕਮੀ ਰਹੂਗੀ। ਇਨਸਾਨੀਅਤ ਦੀ ਕਮੀ ਕਦੀ ਪੂਰੀ ਹੋ ਹੀ ਨਹੀਂ ਸਕਦੀ ਜੀ। ਇੱਕ ਭੈਣ ਦਾ ਤੇ 2 ਭੈਣਾਂ ਦਾ ਇੱਕੋ ਹੀ ਵੀਰ ਸੀ, ਔਰ ਅਜੇ ਉਹਦੀ ਸ਼ਾਦੀ ਵੀ ਨਹੀਂ ਹੋਈ। ਉਹਨਾਂ ਭੈਣਾਂ ਨੂੰ ਭਰਾ ਨਹੀਂ ਮਿਲਣਾ, ਮਾਵਾਂ ਨੂੰ ਪੁੱਤਰ ਨਹੀਂ ਮਿਲਣਾ, ਤੇ ਉਹ ਪੈਸੇ ਨਾਲ ਕਿੱਥੋਂ ਭਰਪਾਈ ਹੋ ਜੂਗੀ ਜੀ? ਜੇ ਮੰਤਰੀ ਜੀ ਦਾ ਬੇਟਾ ਮਾਰ ਕੇ ਕਿਸਾਨ 40-45 ਲੱਖ ਦੇ ਦਿੰਦੇ ਤੇ ਕੀ ਗੱਲ ਮੰਤਰੀ ਜੀ ਸੰਤੁਸ਼ਟ ਹੋ ਜਾਂਦੇ? ਇਹ ਤਾਂ ਬਹੁਤ ਹੀ ਦੁਖਦਾਈ ਗੱਲ ਵਾ ਨਾ ਕਿ ਕਿਸੇ ਦੀ ਜ਼ਿੰਦਗੀ ਨੂੰ ਪੈਸੇ ਨਾਲ ਤੋਲ ਦੇਣਾ। ਅਸੀਂ ਤੇ ਇੱਥੋਂ ਦੇ ਮੁੱਖ ਮੰਤਰੀ ਨੂੰ ਆਨੇ ਕਿ ਤੂੰ ਆਣਾ ਮੈਂ ਬਾਬਾ ਵਾਂ, ਬਹੁਤ ਮੈਂ ਨੇਕ ਕੰਮ ਕਰਦਾ, ਹੁਣ ਬਾਬਾਗਿਰੀ ਵਿਖਾਵੇ, ਹੁਣ ਇਹਨੂੰ ਤੁਰੰਤ ਅਰੈਸਟ ਕਰੇ ਔਰ ਇਹਦਾ ਮੰਤਰੀ ਪਦ ਖੋਵੇ। ਫਿਰ ਪਤਾ ਲੱਗੇ ਕਿ ਉਹਦੇ 'ਚ ਕੋਈ ਹੈ ਜਿਹੜਾ ਆਂਦਾ ਮੈਂ ਗੁੰਡਿਆਂ ਨੂੰ ਰਹਿਣ ਨਹੀਂ ਦੇਣਾ ਉੱਤਰ ਪ੍ਰਦੇਸ਼ ਦੇ ਵਿੱਚ। ਹੁਣ ਉਹਦਾ ਤਾਂ ਮੰਤਰੀ ਗੁੰਡਾ ਹੀ ਕਰ ਰਿਹਾ, ਜਿਹੜਾ ਨਿਹੱਥੇ ਆ ਤੇ ਮਾਰ ਰਿਹਾ। ਕੋਈ ਬਦਮਾਸ਼ ਬਣਦਾ ਉਹ ਲੁੱਟਣ ਜਾਂਦਾ, ਇਹ ਤੇ ਦਿਨੇ ਕਿਸਾਨ ਨਿਰਦੋਸ਼ ਮਜ਼ਦੂਰਾਂ ਦੇ ਉੱਤੇ ਚੜਾਤੀ। ਵੈਸੇ ਯੋਗੀ ਜੀ ਕਹਿੰਦੇ ਨੇ ਕਿ ਪ੍ਰਦੇਸ਼ ਦੇ ਵਿੱਚ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਊਗੀ। ਵੇਖੋ ਜੀ, ਇਹ ਤਾਂ ਸਿੰਪਲ ਸਾਹਮਣੇ ਆ ਕਿ ਉਹਨਾਂ ਬੀਜੇਪੀ ਦਾ ਹੀ ਪਾਰਟੀ ਦਾ ਮੰਤਰੀ ਔਰ ਬੀਜੇਪੀ ਦਾ ਹੀ ਨੇਤਾ ਕਿਸਾਨ ਮਜ਼ਦੂਰਾਂ ਦੇ ਉੱਤੇ ਗੱਡੀ ਚੜਾ ਕੇ ਇੱਕ ਪੱਤਰਕਾਰ ਭਾਈ ਸਾਡਾ ਮਾਰਤਾ, ਸਾਡੇ ਕਿਸਾਨ ਮਾਰਤੇ, ਫੱਟਰ ਕਰਤਾ, ਤੇ ਇਹਦੋਂ ਵੱਡਾ ਗੁੰਡਈ ਦੀ ਸਿੰਪਲ ਹੋਰ ਕੀ ਦਿੱਤਾ ਜਾਵੇ? ਜ਼ਖਮੀ ਕਿੰਨੇ ਕਿਸਾਨ ਨੇ? ਘੱਟੋ ਘੱਟ 5-6 ਜ਼ਖਮੀ ਆ ਜੀ, ਕਈਆਂ ਦੀਆਂ 15 ਜਾਂ 5-6 ਦੇ ਤੇ ਪੈਰਾਂ ਟੁੱਟੇ ਆ, ਸੱਟਾਂ ਲੱਗੀਆਂ। ਹੁਣੇ ਥੋੜੀ ਦੇਰ ਪਹਿਲੋਂ ਘਰ ਗਏ ਆ ਪੱਟੀਆਂ ਕਰਕੇ। ਜੇ ਤੁਸੀਂ ਪਹਿਲੋਂ ਆ ਜਾਂਦੇ ਤੁਸੀਂ ਤੁਹਾਨੂੰ ਵਿਖਾ ਦਿੰਦੇ। ਕੁਛ ਹਸਪੀਟਲ 'ਚ ਵਾ, ਕੁਛ ਹਸਪੀਟਲ 'ਚ ਵਾ। ਬਹੁਤ ਲੋਕ ਗੱਡੀ ਮੰਤਰੀ ਸਾਹਿਬ ਦੇ ਬੇਟੇ ਦੀ ਹੋਆ? ਸਾਨੂੰ ਜਾਣਕਾਰੀ ਨਹੀਂ ਜੀ। ਜਿਹੜੀ ਥਾਰ ਸੀ ਉਹ ਤੇ ਮੰਤਰੀ ਸਾਹਿਬ ਦੇ ਬੇਟੇ ਨੇ ਖੁਦ ਬਿਆਨ ਦਿੱਤਾ ਕਿ ਉਹ ਮੇਰੀ ਹੀ। ਹੁਣ ਇਹ ਤੇ ਕਾਗਜ਼ਾਂ ਦਾ ਕੰਮ ਆ, ਕਿਉਂਕਿ ਅਸੀਂ ਮੰਤਰੀ ਜੀ ਨਾਲ ਝੂਠ ਨਹੀਂ ਬੋਲ ਸਕਦੇ ਕਿ ਇਹ ਗੱਡੀ ਕਿਹਦੀ ਸੀ। ਇਹ ਤੇ ਪੇਪਰ ਹੀ ਕਲੀਅਰ ਕਰਨਗੇ। ਠੀਕ ਹੈ, ਬਹੁਤ ਮਿਹਰਬਾਨੀ ਗੱਲਬਾਤ ਦੇ ਲਈ। ਇੱਕ ਵਾਰ ਫਿਰ ਤਸਵੀਰ ਦਿਖਾ ਦਿੰਦੇ ਆ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਇੰਨਾ ਵੱਡਾ ਜਿਹੜਾ ਹਾਦਸਾ ਯੂਪੀ ਦੇ ਵਿੱਚ ਹੋਇਆ।
ਯੋਗੀ ਸਰਕਾਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ, ਕਿਉਂਕਿ ਯੋਗੀ ਸਾਹਿਬ ਕਹਿੰਦੇ ਨੇ ਕਿ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਬਿਹਤਰ ਰੱਖੀ ਜਾਊਗੀ। ਸੋ ਵੱਡੇ ਜਿਹੜੇ ਸਵਾਲ ਨੇ ਉਹ ਕਿਸਾਨ ਖੜੇ ਕਰ ਰਹੇ ਨੇ, ਤਸਵੀਰਾਂ ਨੇ। ਕਿਉਂਕਿ ਜੇ ਸੱਤਾ ਦੀ ਗੱਲ ਕਰੀ ਜਾਵੇ ਤਾਂ ਯੋਗੀ ਸਰਕਾਰ ਲਾਅ ਐਂਡ ਆਰਡਰ ਬਿਹਤਰ ਕਰਨ ਨੂੰ ਲੈ ਕੇ ਬਿਲਕੁਲ ਸੱਤਾ 'ਚ ਵਾਪਸੀ ਹੁੰਦੀ ਹੈ, ਪਰ ਕਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਂਦਾ, ਵੱਡੇ ਸਵਾਲ ਖੜੇ ਹੁੰਦੇ ਨੇ ਕਿ ਮੰਤਰੀ ਸਾਹਿਬ ਖੁਦ ਬੀਜੇਪੀ ਦੇ ਮੰਤਰੀ ਦਾ ਬੇਟਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਦੱਸਿਆ ਜਾਂਦਾ ਕਿ ਇਹ ਗੱਡੀ ਮੰਤਰੀ ਸਾਹਿਬ ਦੇ ਬੇਟੇ ਦੀ ਦੱਸੀ ਜਾ ਰਹੀ ਹੈ, ਹਾਲਾਂਕਿ ਪੁਸ਼ਟੀ ਅਸੀਂ ਨਹੀਂ ਕਰਦੇ, ਪਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ। ਇਹ ਮੌਕੇ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮੰਜ਼ਰ, ਕਿਸ ਤਰ੍ਹਾਂ ਦੇ ਹਾਲਾਤ ਇਸ ਉੱਥੇ ਵੇਲੇ ਰਹੇ ਹੋਣਗੇ ਕਿ ਦੇਖ ਸਕਦੇ ਹੋ ਕਿ ਖੂਨੀ ਜਿਹੜਾ ਕਾਂਡ ਹੈ ਉਹ ਇਸ ਜਗ੍ਹਾ ਕੀਤਾ ਗਿਆ ਹੈ। ਤਸਵੀਰਾਂ ਤਿਕੋਣੀਆਂ ਪਿੰਡ ਦੀਆਂ ਦਿਖਾਈਆਂ ਤੁਹਾਨੂੰ, ਜਿੱਥੇ ਕਿ ਬੇਹੱਦ ਜਿਹੜੀ ਆ ਨਿੰਦਣਯੋਗ ਤੇ ਮੰਦਭਾਗੀ ਘਟਨਾ ਹੋਈ ਹੈ, ਜਿੱਥੇ 4 ਕਿਸਾਨਾਂ ਦੀ, 1 ਪੱਤਰਕਾਰ ਦੀ ਤੇ 3 ਸਾਥੀ ਜਿਹੜੇ ਨੇ ਉਹ ਮੰਤਰੀ ਦੇ ਬੇਟੇ ਦੇ ਨਾਲ ਦੱਸੇ ਜਾਂਦੇ ਨੇ, ਪਰ ਜਾਨ ਉਹਨਾਂ ਨੇ ਵੀ ਗਵਾਈ ਆ। ਵੱਡਾ ਗੱਲ ਹੈ ਕਿਉਂਕਿ ਜਾਨਾਂ ਬੇਹੱਦ ਕੀਮਤੀ ਹੁੰਦੀਆਂ, ਕਿਸੇ ਦਾ ਘਰ ਉਜੜਦਾ। ਹਾਲਾਂਕਿ ਸਰਕਾਰ ਦੇ ਨਾਲ ਜਿਹੜੇ ਲਖਨਊ ਦੇ ਕਮਿਸ਼ਨਰ ਨੇ ਸਾਡੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਕਿ 40 ਲੱਖ ਰੁਪਇਆ, 5 ਲੱਖ ਦਾ ਕ੍ਰਿਸ਼ੀ ਬੀਮਾ, 1 ਸਰਕਾਰੀ ਨੌਕਰੀ, ਕੀ ਇਹ ਸਭ ਉਹਨਾਂ ਦੇ ਜ਼ਖਮਾਂ ਤੇ ਮੱਲਮ ਹੀ ਹੈ। ਕਿਸੇ ਦਾ ਉਜੜਿਆ ਘਰ ਕਦੇ ਵੀ ਵਸਾਇਆ ਜਾ ਨਹੀਂ ਸਕਦਾ। ਕੈਮਰਾਮੈਨ ਕਮਲ ਦੇ ਨਾਲ, ਡੇਲੀ ਪੋਸਟ ਪੰਜਾਬੀ, ਉੱਤਰ ਪ੍ਰਦੇਸ਼।